ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਭਾਈ ਸਾਹਿਬ ਜੀ? ਇਹ ਸਾਡੇ ਨਾਲ ਨੇ ਜੀ ਭਾਈ ਨਿਰਮਲ ਸਿੰਘ ਜੀ, ਜਿਹੜੇ ਕਿ ਪਦਮ ਸ਼੍ਰੀ, ਜਿਨ੍ਹਾਂ ਨੇ ਕੌਮ ਦੀ ਬੜੀ ਅਣਥੱਕ ਸੇਵਾ ਕੀਤੀ ਹੈ, ਕੀਰਤਨ ਰਾਹੀਂ, ਰਾਗਾਂ ਰਾਹੀਂ ਤੇ ਵਿਚਾਰਾਂ ਰਾਹੀਂ। ਤੇ ਭਾਈ ਸਾਹਿਬ ਜੀ ਸਾਨੂੰ ਦੱਸੋਗੇ ਵੀ ਜਿਹੜਾ 550ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਸਿੱਖ ਕੌਮ ਵੱਲੋਂ, ਤੁਹਾਡੇ ਹਿਸਾਬ ਦੇ ਨਾਲ ਕੀ ਸਾਰਥਕ ਕੰਮ ਕੀਤੇ ਜਾਣ, ਕਿਹੜੇ ਇਹੋ ਜਿਹੇ ਕਦਮ ਚੁੱਕੇ ਜਾਣ ਜਿਸ ਦੇ ਨਾਲ ਇਹ ਜਿਹੜਾ ਗੁਰਪੁਰਬ ਮਨਾਇਆ ਸਾਡੀ ਕੌਮ ਲਈ ਚੰਗਾ ਸਾਬਤ ਹੋਵੇ, ਗੁਰੂ ਨਾਨਕ ਸਾਹਿਬ ਬਾਰੇ ਲੋਕਾਂ ਨੂੰ ਪਤਾ ਲੱਗੇ ਤੇ ਉਹਨਾਂ ਦੇ ਉਪਦੇਸ਼ਾਂ ਦੇ ਮੁਤਾਬਕ ਕਿਹੜੇ ਕੰਮ ਕੀਤੇ ਜਾਣ ਜਿਨ੍ਹਾਂ ਰਾਹੀਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਸੋਚ ਨੂੰ ਅਮਲ ਰੂਪ ਦਿੱਤਾ ਜਾਵੇ। ਦੇਖੋ ਡਾਕਟਰ ਸਾਹਿਬ, ਤੁਸੀਂ ਦਾਰਸ਼ਨਿਕ ਬੰਦੇ ਹੋ ਔਰ ਬੜੀ ਤੁਹਾਨੂੰ ਸੋਝੀ ਹੈ ਪੰਥਕ ਮਾਮਲਿਆਂ ਦੀ, ਔਰ ਇਸ ਦੇਸ਼ ਵਿੱਚ ਰਹਿ ਕੇ ਤੁਸੀਂ ਸਿੱਖੀ ਲਈ, ਪੰਥ ਲਈ ਉਹ ਸ਼ਲਾਘਾਯੋਗ ਹੈ ਤੇ ਤੁਹਾਨੂੰ ਜਵਾਬ ਦੇਣਾ ਮੈਂ ਠੀਕ ਸਮਝਦਾ ਹਾਂ। ਉਹ ਠੀਕ ਆਦਮੀ ਨੇ ਮੈਨੂੰ ਸਵਾਲ ਪੁੱਛਿਆ। ਦਰਅਸਲ ਸ਼ਤਾਬਦੀਆਂ ਮਨਾਉਣਾ ਸਾਡਾ ਇੱਕ ਫਰਜ਼ ਹੈ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਾਉਂਦੇ, ਮਨਾਉਣੀਆਂ ਵੀ ਚਾਹੀਦੀਆਂ ਸਾਨੂੰ, ਲੇਕਿਨ ਦੇਖਣਾ ਇਹ ਚਾਹੀਦਾ ਹੈ ਕਿ ਸਾਨੂੰ ਜੇ ਮੌਕਾ ਮਿਲਿਆ 550 ਸਾਲਾਂ ਦੀ ਸ਼ਤਾਬਦੀ ਮਨਾਉਣ ਦਾ, ਤੇ ਅਸੀਂ ਉਹਦੇ ਵਿੱਚੋਂ ਪ੍ਰਾਪਤੀ ਕੀ ਕਰਨੀ ਹੈ। ਜੇ ਤੁਸੀਂ ਦੁੱਧ ਰਿੜਕ ਰਹੇ ਹੋ, ਦੁੱਧ ਰਿੜਕਣ ਲੱਗਿਆ ਸਾਡੇ ਮਨ 'ਚ ਹੁੰਦੀ ਇਹਦੇ ਵਿੱਚੋਂ ਅਸੀਂ ਮੱਖਣ ਕੱਢਣਾ ਹੈ। ਹਾਂਜੀ, ਐਵੇਂ ਪਾਣੀ 'ਚ ਮਧਾਣੀ ਪਾਉਣੀ ਹੈ ਕਿ ਕੁਝ ਕੱਢਣਾ ਨਹੀਂ, ਕਿ ਇੱਥੇ ਤੱਕ ਹੀ ਰੱਖਣਾ ਕਿ ਦੁਨੀਆ ਨੂੰ ਦੱਸਣਾ ਅਸੀਂ ਬਹੁਤ ਵੱਡਾ ਇੱਕ ਸਮਾਗਮ ਬਣਾ ਲਿਆ ਹੈ, ਕਿ ਇਹ ਹੀ ਕਰਨਾ ਪਹਿਲੀਆਂ ਸ਼ਤਾਬਦੀਆਂ ਵਾਂਗੂ ਕਿ ਆਪਸ ਵਿੱਚ ਖਿੱਚੋ ਤਾਣ, ਇੱਕ ਦੂਜੇ ਦੀ ਨੁਕਤਾਚੀਨੀ ਜਾਂ ਲੜ ਪੈਣਾ, ਜਾਂ ਰਾਜਨੀਤਿਕ ਤੂੰ ਵਧੀਆ ਮਨਾਈ ਮੈਂ ਘੱਟ ਮਨਾਈ ਆ, ਜਾਂ ਰਾਜਨੀਤਿਕ ਲੋਕਾਂ ਨੂੰ ਲਿਆ ਕੇ ਸਟੇਜਾਂ ਤੇ ਚਾੜ ਕੇ ਤੇ ਆਪਣੀ ਬੱਲੇ ਬੱਲੇ ਕਰਾਉਣੀ। ਮੇਰਾ ਖਿਆਲ ਇਹ ਸ਼ਤਾਬਦੀ ਨਹੀਂ, ਹੁਣ ਸਾਡੇ ਕੋਲ ਮੌਕਾ ਆਇਆ ਇਸ ਵਕਤ 550 ਸਾਲਾਂ, ਸਾਡੀ ਪੀੜ੍ਹੀ ਲਈ ਇਹ ਆਖਰੀ ਮੌਕਾ ਹੈ। ਵਾਹ, ਇਸ ਆਖਰੀ ਮੌਕੇ ਹੀ ਸਹੀ ਜਿਹੜੀਆਂ ਗੁਰੂ ਦੀਆਂ ਵਿਰਾਸਤ ਦੀਆਂ ਗੱਲਾਂ ਹੈ, ਸਿਧਾਂਤਕ ਸਾਂਝ ਹੈ ਜਿਹੜੀ, ਅਸੀਂ ਉਹਨੂੰ ਛੱਡ ਚੁੱਕੇ ਹਾਂ। ਤਾਂ ਮਨਾਉਣ ਦਾ ਫਾਇਦਾ ਅਸੀਂ ਹੁਣ ਤੋਬਾ ਕਰ ਲਈਏ ਕਿ ਬੜਾ ਹੋ ਗਿਆ, ਬੜਾ ਆਪਸ ਵਿੱਚ ਲੜ ਲਿਆ, ਝਗੜ ਲਿਆ, ਵਕਰੇਵੇਂ ਕਰ ਲਿਆ, ਅਸੀਂ ਸਿੱਖਾਂ ਨੂੰ ਦੂਰ ਕਰ ਲਿਆ ਸਿੱਖੀ ਤੋਂ ਆਖਰੀ ਆਪਸੀ ਵਕਰੇਵੇਂ ਕਾਰਨ। ਬਿਲਕੁਲ ਬਿਲਕੁਲ। ਔਰ ਸਾਡੇ ਵਿੱਚੋਂ ਬਹੁਤ ਸਾਰੇ ਡੇਰੇ ਨਿਕਲ ਗਏ। ਸਾਡੇ ਕੋਲੋਂ ਗਰੀਬ ਵਰਗ ਜਿਹੜਾ ਹੈ, ਦਲਿਤ ਸਿੱਖ ਹੈ, ਜਿਹੜਾ ਗਰੀਬ ਸਿੱਖ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਸੀ, ਉਹ ਦੂਰ ਹੋ ਚੁੱਕਾ ਹੈ। ਪੰਜਾਬ ਵਿੱਚੋਂ ਕਿੰਨੇ ਹੀ ਗਰੀਬ ਸਿੱਖ ਤੇ ਹੋਰ ਸਿੱਖ ਈਸਾਈਅਤ ਵੱਲ ਕਦਮ ਧਰ ਰਹੇ ਨੇ। ਬਿਲਕੁਲ। ਜੇ ਸਾਡੇ ਗੁਰੂ ਨਾਨਕ ਦੀ ਪਾਤਸ਼ਾਹ ਦੀ ਅਸੀਂ ਸ਼ਤਾਬਦੀ ਮਨਾਉਣੀ ਹੈ, ਤੇ ਜੇ ਅਸੀਂ ਉਹਨਾਂ ਦੀ ਸੋਚ ਤੇ ਨਾ ਚੱਲੇ, ਐਤਕੀ ਨਾ ਉਹਨਾਂ ਦੇ ਸਿਧਾਂਤ ਤੇ ਚੱਲੇ, ਤੇ ਅਗਾਂਹ ਇਹ ਹੋਰ ਜ਼ਿਆਦਾ ਬੁਰਾ ਲੱਗ ਜਾਣਾ। ਬਿਲਕੁਲ। ਕਰਨ ਵਾਲਾ ਕੰਮ ਸਾਡਾ ਇਹ ਹੈ, ਸਾਡੇ ਇਕੱਠ ਕਰਨ ਦਾ ਕੰਮ ਜ਼ਿਆਦਾ ਸਾਰਥਕ ਨਹੀਂਗਾ, ਸਾਡੇ ਖਰਚ ਕਰਨ ਦਾ ਕੋਈ ਮਤਲਬ ਨਹੀਂ। ਸਾਡਾ ਮਤਲਬ ਸਿਰਫ ਇਹ ਹੈ ਕਿ ਜਿਹੜੇ ਸਾਡੇ ਕੋਲ ਵਿਛੜ ਚੁੱਕੇ ਹੈ, ਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੂੰ ਲਾਇਆ ਸੀ, ਜਿਨ੍ਹਾਂ ਨੂੰ ਕੌਮਾਂ ਨੂੰ ਨਾਲ ਲਾਇਆ ਸੀ, ਜਿਹੜੇ ਗਰੀਬਾਂ ਗੁਰਬਿਆਂ ਨੂੰ ਜੋੜਿਆ ਸੀ, ਉਹਨਾਂ ਨੂੰ ਦੁਬਾਰਾ ਆਵਾਜ਼ ਮਾਰੋ। ਜਿਨ੍ਹਾਂ ਗਰੀਬਾਂ ਨੂੰ ਸਾਡੇ ਪੁਰਾਣੇ ਲੀਡਰਾਂ ਨੇ ਦਰਬਾਰ ਸਾਹਿਬ ਤੋਂ ਭਜਾਇਆ ਸੀ, ਉਹਨਾਂ ਦੀ ਬੇਇੱਜ਼ਤੀ ਕਰਕੇ, ਜਲੀਲ ਕਰਕੇ, ਉਹਨਾਂ ਨੂੰ ਵਾਪਸ ਸੱਦਿਆ ਜਾਵੇ। ਇਮਾਨਦਾਰੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੇ ਖੜੇ ਕਰਕੇ ਕਿਹਾ ਜਾਵੇ ਕਿ ਆ ਜਾਓ, ਸਾਡੇ ਕੋਲ ਕਦੀ ਭੁੱਲ ਹੋਈ ਸੀ, ਅਸੀਂ ਦੁਬਾਰਾ ਸੁਧਾਰ ਰਹੇ ਹਾਂ, ਸਾਡੇ ਨਾਲ ਆ ਜਾਓ। ਉਹਨਾਂ ਦੀ ਗਿਣਤੀ ਹਿੰਦੁਸਤਾਨ ਵਿੱਚ 35 ਕਰੋੜ ਹੈ ਹੁਣ ਇਸ ਵਕਤ। ਔਰ ਜਿਹੜੇ ਗਰੀਬ ਲੋਕ ਹੁੰਦੇ ਉਹਨਾਂ ਨੂੰ ਥੋੜ੍ਹੀ ਤੁਸੀਂ ਗਲਵੱਕੜੀ ਅੱਗੇ ਹੋ ਕੇ ਪਾਓ, ਹੱਥ ਮਿਲਾਓ, ਤੁਹਾਨੂੰ ਗਲਵੱਕੜੀ ਪਾ ਲੈਣੀ। ਉਹਨਾਂ ਨੂੰ ਬੁਲਾਓ। ਜੇ ਗੁਰੂ ਨਾਨਕ ਦੀ ਸੋਚ ਤੇ ਚੱਲਣਾ, ਗੁਰੂ ਗੋਬਿੰਦ ਸਿੰਘ ਦੀ ਸੋਚ ਤੇ ਚੱਲਣਾ, ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਕਰੋ। ਉਹਨਾਂ ਨੂੰ ਕਹੋ ਆਓ, ਤੁਸੀਂ ਮਨੂਵਾਦੀਆਂ ਤੋਂ ਬਚੋ, ਸਾਡੇ ਵਿੱਚ ਆਓ, ਅਸੀਂ ਤੁਹਾਨੂੰ ਆਪਣੇ 'ਚ ਜਜ਼ਬ ਕਰਦੇ ਹਾਂ, ਕਿਧਰੇ ਨਾ ਜਾਓ, ਸਿੰਘ ਸਾਜੋ। ਔਰ ਮੈਂ ਵਾਅਦੇ ਨਾਲ ਕਹਿਣਾ ਕਿ ਕਈ ਸਾਲ 5 ਤਖਤਾਂ ਤੋਂ ਲੈ ਨਹੀਂ ਟੁੱਟਣੀ ਅਮਰ ਛਕਣ ਦੀ। ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦੇ ਕੇ ਤੇ ਵੇਖੋ। ਬਿਲਕੁਲ। ਔਰ ਫਿਰ ਤੁਹਾਨੂੰ ਖਾਲਿਸਤਾਨ ਜਾਂ ਸਿੱਖ ਰਾਜ ਮੰਗਣ ਦੀ ਲੋੜ ਨਹੀਂ ਪੈਣੀ। ਬਿਲਕੁਲ। ਤੁਸੀਂ ਆਪ ਹੀ ਸੋਚੋ, ਸਿਆਣੇ ਹੋ, ਜਦੋਂ 35 ਕਰੋੜ ਬੰਦਾ ਤੁਹਾਡੇ ਵੱਲ ਨੂੰ ਆ ਜਾਏਗਾ, ਬਾਹਾਂ ਲਾਰ ਕੇ ਤੁਸੀਂ ਖੜੋ ਜਾਓ, ਤੇ ਫਿਰ ਕੀ ਹੋਏਗਾ। ਬਿਲਕੁਲ। ਤੇ ਹਿੰਦੁਸਤਾਨ ਦੇ ਵਿੱਚ ਅਸੀਂ ਜਿਹੜੀ ਪਹਿਲਾਂ ਭੁੱਲ ਕੀਤੀ ਹੈ, ਉਹਨੂੰ ਸੁਧਾਰਨ ਦਾ ਹੁਣ ਮੌਕਾ ਆਇਆ ਹੈ। ਸਾਡੇ ਵਾਹਦ ਲੀਡਰਾਂ ਨੂੰ, ਜੇ ਕਿਸੇ ਦੇ ਅੰਦਰ ਗੁਰੂ ਨਾਨਕ ਦੀ ਸਿੱਖੀ ਹੈ, ਜੇ ਕਿਸੇ ਦੇ ਅੰਦਰ ਇਹ ਸੋਚ ਹੈ, ਜੇ ਉਹ ਆਪਣੇ ਆਪ ਨੂੰ ਸਿੱਖ ਖਵਾਉਂਦੇ ਨੇ ਗੁਰੂ ਨਾਨਕ ਦੇ, ਤਾਂ ਫਿਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਚਲਾਈ ਹੋਈ
ਮਰਿਆਦਾ ਹੈ, ਜੋ ਉਹਨਾਂ ਦੀ ਸੋਚ ਸੀ, ਜੋ ਉਹਨਾਂ ਮੁਹੱਬਤ ਫੈਲਾਈ, ਜੋ ਸਿੱਖੀ ਫੈਲਾਈ ਹੈ, ਜੋ ਬਰਾਬਰਤਾ ਦਾ ਉਹਨਾਂ ਨੇ ਸਾਨੂੰ ਅਹਿਸਾਸ ਦਿਵਾਇਆ, ਉਸ ਤਰੀਕੇ ਤੇ ਚੱਲੋ ਤੇ ਖਾਲਸਾ ਪੰਥ ਦਾ ਬੋਲਬਾਲਾ ਹੋਵੇਗਾ। ਦੁਨੀਆ ਵਿੱਚ ਤੁਸੀਂ ਛਾ ਜਾਓਗੇ। ਵਰਨਾ ਜੇ ਤੁਸੀਂ ਨਫ਼ਰਤ ਦੇ ਬੀਜਦੇ ਰਹੋਗੇ, ਉਹਨਾਂ ਤੋਂ ਦੂਰੀ ਬਣਾਓਗੇ, ਤਾਂ ਅਸੀਂ ਹੋਰ ਸੁੰਗੜਦੇ ਜਾਵਾਂਗੇ। ਬਿਲਕੁਲ ਮੇਰੀ ਤੇ ਇਹੀ ਸੋਚ ਹੈ। ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਹੁਣ ਜਿੱਦਾਂ ਜੇ ਆਪਾਂ ਗਿਣਤੀ ਦੇਖੀਏ ਵੀ ਸਿੱਖਲੀ ਘਰ ਕਿੰਨੇ ਸਾਡੇ ਵਣਜਾਰੇ ਸਿੱਖ ਨੇ, ਹਾਂ ਹਾਂਜੀ, ਉਹ ਕਿਹਾ ਜਾਂਦਾ ਵੀ ਉਹਨਾਂ ਦੀ ਗਿਣਤੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਹੈਗੀ। 2 ਕਰੋੜ ਤੋਂ ਵੱਧ ਸਿੱਖਲੀ ਘਰ ਆ। ਹੁਣ ਦੇਖੋ 2 ਕਰੋੜ ਉਹ ਨੇ ਤੇ ਬਾਕੀ ਜਿਹੜਾ ਦਲਿਤ ਵਰਗ ਜਿੰਨਾ ਹੈਗਾ, ਤੇ ਫਿਰ ਉਸ ਤੋਂ ਬਾਅਦ ਜਿਹੜਾ ਪੰਜਾਬੀ ਹਿੰਦੂ ਹੈ, ਜਿਹੜਾ ਕਿ ਗੁਰੂ ਘਰ ਦਾ ਸ਼ਰਧਾਲੂ ਹੈ। ਬਿਲਕੁਲ ਠੀਕ ਹੈ, ਸਹਿਜਧਾਰੀ ਹੈ। ਹਾਂਜੀ, ਫਿਰ ਉਸ ਤੋਂ ਇਲਾਵਾ ਜਿਹੜੇ ਪੰਜਾਬੀ ਮੁਸਲਮਾਨ ਪਾਕਿਸਤਾਨ ਵਾਲੀ ਸਾਈਡ ਤੇ ਨੇ, ਜਿਹੜੇ ਗੁਰੂ ਘਰ ਦੇ ਸ਼ਰਧਾਲੂ ਬਿਲਕੁਲ ਹੈਗੇ। ਹਾਂਜੀ, ਤੇ ਸਿੰਧੀ ਲਾ ਲਓ ਤੁਸੀਂ, ਸਿੰਧੀਆਂ ਦੀ ਗਿਣਤੀ ਲਾ ਲਓ, ਆਵਾਜ਼ ਮਾਰੋ ਉਹਨਾਂ ਨੂੰ, ਤੁਸੀਂ ਜੋੜੋ। ਬਿਲਕੁਲ ਤੁਸੀਂ ਇਮਾਨਦਾਰੀ ਨਾਲ ਜਾਓ ਤਾਂ ਸਹੀ ਉਧਰ ਇੱਕ ਵਾਰੀ, ਬਿਲਕੁਲ ਨੇਕ ਨੀਤੀ ਨਾਲ ਗੱਲ ਤੇ ਕਰੋ। ਬਿਲਕੁਲ ਤੁਸੀਂ ਕਿਉਂ ਨਹੀਂ ਚਾਹੁੰਦੇ? ਤੁਸੀਂ ਕਿਉਂ ਛੋਟਾ ਜਿਹਾ ਗਰੁੱਪ ਬਣਾਇਆ ਹੋਇਆ ਸਿੱਖਾਂ ਦਾ? ਹਾਂ ਬਿਲਕੁਲ। ਇਸ ਨੂੰ ਚੌੜਾ ਕਰੋ, ਵੱਡਾ ਕਰੋ, ਵਿਸ਼ਾਲ ਕਰੋ। ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੂੰ ਰਿਸ਼ਵਤ ਦੇ ਕੇ ਸਿੱਖੀ ਚ ਨਹੀਂ ਸੀ ਲਿਆਏ। ਬਿਲਕੁਲ ਉਹਨਾਂ ਨੇ ਲੋਕਾਂ ਨੂੰ ਪਿਆਰ ਵੰਡਿਆ ਸੀ। ਉਹਨਾਂ ਦੀ ਸੋਚ ਬੜੀ ਵਿਸ਼ਾਲ ਸੀ। ਬਿਲਕੁਲ ਸੋਚ ਨੂੰ ਇਹੋ ਜਿਹੀ ਰੱਖੋ ਤੇ ਮੇਰਾ ਖਿਆਲ ਹੈ ਕਿ ਸਾਡੀ ਸ਼ਤਾਬਦੀ ਵਿੱਚੋਂ ਕੁਝ ਨਿਕਲੇ। ਹਾਂ, ਇਹ ਮੇਰੇ ਖਿਆਲ ਦੇ ਵਿੱਚ ਆਵਾਜ਼ ਆਣੀ ਚਾਹੀਦੀ ਨਨਕਾਣਾ ਸਾਹਿਬ ਤੋਂ ਵੀ ਤੇ ਦਰਬਾਰ ਸਾਹਿਬ। ਬਿਲਕੁਲ, ਜੇ ਚੌਂ ਵਰਨਾਂ ਕੋ ਸਾਂਝਾ ਹੈ, 4 ਦਰਵਾਜ਼ੇ ਤੇ ਉਤੋਂ ਫੇ ਆਵਾਜ਼ ਕੱਢੋ। ਜੇ ਨਨਕਾਣਾ ਸਾਹਿਬ ਹੈ, ਤਲਵੰਡੀ ਪਿੰਡ ਹੈ ਗੁਰੂ ਸਾਹਿਬ ਦਾ, ਜੇ ਬਾਬੇ ਦੀ ਬੇਰ ਹੈ, ਜਿਹੜਾ ਸਾਡਾ ਮੇਨ ਸਥਾਨ ਹੈ ਜਿੱਥੋਂ ਮਨਾਇਆ ਜਾ ਰਿਹਾ, ਫਿਰ ਉਸ ਆਵਾਜ਼ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਓ। ਪਾਤਸ਼ਾਹ ਨੇ ਕਿਹਾ ਸੀ, ਨੀਚਾਂ ਅੰਦਰ ਨੀਚ ਜਾਤ, ਨੀਚਿਓ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਓ ਸਿਓ ਕਿਆ ਰੀਸ। ਉਹਨਾਂ ਤੇ ਆਪ ਕਿਹਾ ਸੀ, ਉਹਨਾਂ ਤੇ ਲਿਆ ਹੀ ਉਹਨਾਂ ਲੋਕਾਂ ਨੂੰ, ਭਾਈ ਮਰਦਾਨਾ ਜੀ ਵਰਗਿਆਂ ਨੂੰ ਚੁਣਿਆ, ਭਾਈ ਲਾਲੋ ਜੀ ਵਰਗਿਆਂ ਨੂੰ ਮਾਣ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਮਾਣ ਦਿੱਤਾ। ਤੁਸੀਂ ਕਿਉਂ ਨਹੀਂ ਦਿੰਦੇ? ਜੇ ਗੁਰੂ ਉਹਨਾਂ ਨੂੰ ਜੱਫੀ ਪਾ ਸਕਦੇ, ਅਸੀਂ ਕਿਉਂ ਨਹੀਂ ਪਾ ਸਕਦੇ? ਤੁਸੀਂ ਕਿਉਂ ਜੱਫਾ ਪਾਇਆ ਹੈ? ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲੋ, ਸਾਰਿਆਂ ਨੂੰ ਚੱਲੋ ਔਰ ਦੇਖੋ ਤੁਸੀਂ ਸਿੱਖੀ ਦਾ ਬੋਲਬਾਲਾ ਕਿਸ ਤਰ੍ਹਾਂ ਹੁੰਦਾ ਹੈ। ਤੁਹਾਨੂੰ ਕਿਸੇ ਨੂੰ ਕਹਿਣ ਦੀ ਇਹੀ ਸਿੱਖੀ ਦਾ ਬੋਲਬਾਲਾ, ਇਹੀ ਬੋਲਬਾਲਾ। ਕਿਸੇ ਨੂੰ ਕੁਝ ਮੰਗਣ ਦੀ ਲੋੜ ਨਹੀਂ, ਸਾਨੂੰ ਆ ਦਿਓ। ਸਿੱਖ ਮੰਗੇ ਕਿਉਂ? ਤੂੰ ਸਿੱਖੀ ਦਾ ਬੋਲਬਾਲਾ ਜੇ ਲਿਆਉਣਾ, ਤੁਸੀਂ ਆਪਣੀ ਵਿਚਾਰਧਾਰਾ ਗੁਰੂ ਦੀ ਨੂੰ ਫੈਲਾਓ ਤੇ ਆਪਣੇ ਆਪ ਹੋ ਜਾਣਾ। ਅਸੀਂ ਗਾਣਾ ਸਾਰਿਆਂ ਨੇ ਰਲ ਕੇ ਜੀ ਕਿ ਮਿੱਟੀ ਧੁੰਦ ਜਗ ਚਾਨਣ ਹੋਆ, ਤੇ ਵੀ ਧੁੰਦ ਕਿਹਦੀ ਮਿਟ ਜੂਗੀ? ਉਹ ਜਿਹੜੇ ਵਿਚਾਰੇ ਧੁੰਦ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਕੱਢੋ। ਇਹੀ ਤਾਂ ਚਾਨਣ ਤਾਂ ਉਹਨਾਂ ਨੂੰ ਤਾਂ ਮਿਲੂਗਾ ਜੇ ਉਹਨਾਂ ਨੂੰ ਹਰ ਪੱਖੋਂ ਏਕਤਾ ਦਾ ਰਾਹ ਤੇ ਉਹਨਾਂ ਨੂੰ ਬਰਾਬਰ ਦਾ। ਬਿਲਕੁਲ ਡਾਕਟਰ ਸਾਹਿਬ, ਜਿਹਨਾਂ ਨਾਲ ਧੱਕਾ ਹੋ ਰਿਹਾ ਹੈ, ਮਜ਼ਲੂਮਾਂ ਨਾਲ, ਗਰੀਬਾਂ ਨਾਲ, ਨਤਾਣਿਆਂ ਨਾਲ, ਜਿਹਨਾਂ ਨੂੰ ਧੱਕੇ ਪੈ ਰਹੇ ਨੇ, ਉਹਨਾਂ ਨੂੰ ਤੁਸੀਂ ਫੜੋ। ਬਿਲਕੁਲ ਸਿੱਖੀ ਤੇ ਗਰੀਬੀ ਚੋਂ ਹੀ ਉੱਠੀ ਹੈ ਸਾਰੀ। ਬਿਲਕੁਲ ਮਲਕ ਭਾਗੋ ਤੋਂ ਉਦੋਂ ਵੀ ਸਿੱਖ ਨਹੀਂ ਸੀ ਬਣਿਆ। ਸਿੱਖ ਤੇ ਭਾਈ ਲਾਲੋ ਹੀ ਬਣਿਆ ਸੀ ਨਾ। ਬਿਲਕੁਲ ਸਿੱਖ ਤੇ ਉਹ ਹੀ ਬਣੇ ਸੀ ਨਾ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਉਹ ਹੀ ਰਲੇ ਸੀ ਨਾ ਕੇ ਸੰਗ ਸਾਥ। ਉਹਨਾਂ ਨਾਲ ਸਾਡੀ ਸਿੱਖੀ ਫੈਲੀ ਏ। ਅੱਜ ਸਾਡੇ ਵਿੱਚ ਉਹ ਹੀ ਵਰਗ ਆ ਗਿਆ, ਇਹ ਫਲਾਨਾ ਹੈ, ਉਹ ਫਲਾਨਾ ਹੈ, ਉਹ ਫਲਾਨਾ। ਅਸੀਂ ਸਿੱਖ ਕਿਉਂ ਨਹੀਂ ਗਏ? ਬਿਲਕੁਲ ਅਸੀਂ ਪਹਿਲਾਂ ਸਿੱਖ ਕਿਉਂ ਨਹੀਂ? ਬਿਲਕੁਲ। ਹਾਲਾਂਕਿ ਮੈਨੂੰ ਕਿਸੇ ਮਾਨ ਸਨਮਾਨ ਦੀ ਕਮੀ ਨਹੀਂ ਗੀ, ਨਾ ਮੈਂ ਜਾਤ ਪਾਤ ਨੂੰ ਮੰਨਦਾ। ਜਾਤਾਂ ਪਾਤਾਂ ਤੇ ਜਾਨਵਰਾਂ ਕੁੱਤਿਆਂ ਵੇਲਿਆਂ ਦੀਆਂ ਹੁੰਦੀਆਂ, ਬੰਦਿਆਂ ਦੀਆਂ ਕਾਹਦੀਆਂ ਜਾਤਾਂ? ਬਿਲਕੁਲ। ਇਹ ਲੇਕਿਨ ਉਸ ਦੇ ਬਾਵਜੂਦ ਮੈਂ ਇੱਕ ਸਿੱਖੀ ਨੁਕਤੇ ਨਿਗਾਹ ਨਾਲ, ਸਿੱਖੀ ਸੋਚਣਾ ਕਹਿ ਰਿਹਾ ਕਿ 550 ਸਾਲਾ ਮਨਾਇਆ ਤਾਂ ਫਾਇਦਾ ਜੇ ਅਸੀਂ ਇਹਨਾਂ ਗੱਲਾਂ ਤੇ ਅਮਲ ਕਰਕੇ ਇੱਕ ਨਵੀਂ ਸਵੇਰ ਲਿਆਈਏ, ਲੋਕਾਂ ਨੂੰ ਇੱਕ ਨਵਾਂ ਸੁਨੇਹਾ ਦਈਏ। ਬਿਲਕੁਲ। ਤੁਸੀਂ ਦੇਖੋ ਕਿਵੇਂ ਲੋਕ ਜੁੜਦੇ, ਉਹ ਤੇ ਭਾਲਦੇ ਫਿਰਦੇ ਕਿ ਕੋਈ ਸਾਨੂੰ ਕੋਈ ਗਲਵਕੜੀ ਪਾਵੇ, ਕੋਈ ਪਾਉਣ ਵਾਲਾ ਤੇ ਹੋਵੇ। ਤੁਸੀਂ ਕੋਈ ਨਵਾਂ ਹੁਕਮਨਾਮਾ ਨਹੀਂ ਕੱਢਣਾ, ਉਹ ਗੁਰੂ ਦੇ ਹੁਕਮਨਾਮੇ ਨੂੰ ਹੀ ਦੁਹਰਾਉਣਾ ਹੈ। ਹਾਂ ਬਿਲਕੁਲ। ਉਹ ਪਹਿਲਾਂ ਹੀ ਹੈ ਕਿ ਆਓ ਜੀ, ਬਿਲਕੁਲ, ਆਹ ਜਿਹੜਾ ਨਿਸ਼ਾਨ ਸਾਹਿਬ ਸਾਡਾ ਸਿੱਖੀ ਦਾ, ਇਹ ਸਭ ਇਹਦੇ ਥੱਲੇ ਆ ਜਾਓ। ਤੁਸੀਂ ਸਾਡੇ ਆਪਣੇ ਹੋ, ਤੁਸੀਂ ਬੇਗਾਨੇ ਨਹੀਂ। ਤੁਸੀਂ ਸਾਡੇ ਕੋਲ ਦੂਰ ਚਲੇ ਗਏ ਸੀ, ਹੁਣ ਆ ਜਾਓ। ਰੜੇ ਰਾਮ ਰਹੀਮ ਕਦੀ ਨਿਕਲ ਨਹੀਂ ਸਕਦੇ ਸੀਗੇ। ਬਿਲਕੁਲ। ਔਰ ਉਹ ਹਲੇ ਵੀ ਤਰਸਦੇ ਨੇ ਵੀ ਸਾਨੂੰ ਕੋਈ ਸਿੱਖ ਐਕਸੈਪਟ ਕਰਨ। ਬਿਲਕੁਲ ਠੀਕ ਹੈ। ਉਹਨਾਂ ਨੇ ਕਿੱਥੇ ਵਿਆਹ ਸ਼ਾਦੀ ਕਰਾਣੀ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵੇੜ ਚਾਹੀਦੀ ਹੈ, ਉਹਨਾਂ ਨੂੰ ਸਿੱਖ ਅਸੂਲਾਂ ਮੁਤਾਬਕ ਉਹ ਜੀਵਨ ਜਿਉਣਾ ਚਾਹੁੰਦੇ ਨੇ। ਬਿਲਕੁਲ ਠੀਕ ਹੈ। ਹੁਣ ਕਈ ਉਹਨਾਂ ਵਿੱਚੋਂ ਦਾੜੀਆਂ ਕੇਸ਼ ਵਾਲੇ ਬੰਦੇ ਵੀ ਉਹਦੇ ਗਲੇ ਲੱਗੇ ਹੋਏ ਸੀਗੇ, ਬਿਕੋਜ਼ ਉਹਨਾਂ ਨੇ ਹਰ ਪੱਖੋਂ ਏਕਤਾ ਦਿੰਦਾ ਸੀ, ਬਰਾਬਰਤਾ ਦਿੰਦਾ ਸੀ, ਜੌਬਸ ਦਿੰਦਾ ਸੀ। ਅਸੀਂ ਨੇੜੇ ਨਹੀਂ ਲੱਗਣ। ਮੇਰੇ ਵੇਖਦਿਆਂ ਇੰਨੇ ਡੇਰੇ ਬਣੇ ਆ ਜੀ, ਪਹਿਲਾਂ ਹੁੰਦੇ ਨਹੀਂ ਸੀ। ਹਾਂਜੀ, ਅਸੀਂ ਵਖਰੇਵਾਂ ਇੰਨੇ ਪਾਤਾ ਪਿੰਡਾਂ ਵਿੱਚ। ਇੱਕ ਗੁਰਦੁਆਰੇ ਦੀ ਜਗ੍ਹਾ 5-5 6-6 ਬਣਾਤੇ, ਵੱਖਰੀਆਂ ਕੌਮਾਂ ਦੇ। ਤੇ ਫਿਰ ਲੋਕ ਇਹ ਕੋਸ਼ਿਸ਼ ਕਰਨਗੇ, ਜਿਸ ਕੌਮ ਦੇ ਕਬਰਸਤਾਨ ਸਾਂਝੇ ਨੇ। ਮੈਂ ਤਾਂ ਹੈਰਾਨ ਹਾਂ, ਪਿੰਡਾਂ 'ਚ ਅਲੱਗ-ਅਲੱਗ ਜਾਤਾਂ ਦੇ ਕਬਰਸਤਾਨ ਹੋ ਗਏ ਨੇ ਹੁਣ ਪੰਜਾਬ ਵਿੱਚ, ਕਿ ਤੂੰ ਉਸ ਕਬਰਸਤਾਨ ਵਿੱਚ ਦਲਿਤ ਦਾ ਸੰਸਕਾਰ ਨਹੀਂ ਹੋ ਸਕਦਾ, ਤੂੰ ਆਪਣੇ 'ਚ ਜਾ। ਜਿਹੜੀ ਕੌਮ ਮਰ ਕੇ ਵੀ ਸਾਂਝੀ ਨਹੀਂ,
ਉਹ ਸਿੱਖੀ ਦਾ ਬੋਲਬਾਲਾ ਕਿੱਥੋਂ ਕਰ ਲੈਂਦੇ? ਇਹ ਸਾਂਝੀ ਭਾਈ ਨਿਰਮਲ ਸਿੰਘ ਜੀ ਬਹੁਤ ਖੁੱਲ੍ਹੇ ਵਿਚਾਰ ਇਹਨਾਂ ਨੇ ਪ੍ਰਗਟ ਕੀਤੇ ਨੇ ਤੇ ਦਿਲੋਂ ਆਵਾਜ਼ ਕੱਢੀ ਹੈ ਕਿ ਜਿਹੜੀ ਇਹ ਜਨਰੇਸ਼ਨ ਹੈ, ਤੁਹਾਡੀ ਵਾਲੀ ਜਿਹੜੀ ਜਨਰੇਸ਼ਨ ਹੈ, ਇਹ ਜਿਹੜੀ ਤੁਹਾਡੀ ਗੱਲ ਸਹੀ ਹੈ ਵੀ ਅਖੀਰੀ ਮੌਕਾ ਹੈਗਾ ਸਾਡੇ ਲਈ। ਸਾਡੇ ਕੋਲ ਅਖੀਰਲਾ ਤੁਹਾਡੇ ਵਰਗੀ ਸ਼ਰਧਾ ਰੱਖਣ ਵਾਲੇ ਸਿੱਖ ਆਉਣ ਵਾਲੇ 50 ਸਾਲਾਂ ਦੇ ਵਿੱਚ ਬਹੁਤ ਘੱਟ ਹੋਣਗੇ। ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਤਾਂ 70-80% ਤਾਂ ਕੇਸ ਕਟਾ ਕੇ ਬੈਠੀ ਹੋਈ ਹੈ ਜੀ। ਤੇ ਉਹਨਾਂ ਦੇ ਮਨ ਦੇ ਵਿੱਚ ਤਾਂ ਕਦੀ ਉਸ ਕਿਸਮ ਦੀ ਭਾਵਨਾ ਆਉਣੀ ਨਹੀਂ ਸਿੱਖੀ ਪ੍ਰਤੀ, ਜਿਹੜੀ ਇਸ ਜਨਰੇਸ਼ਨ ਦੇ ਵਿੱਚੋਂ ਨਿਕਲ ਰਹੀ ਹੈ ਜਾਂ ਸਾਡੀ ਜਨਰੇਸ਼ਨ ਵਾਲੀ। ਸਹੀ ਕਹਿ ਰਹੇ। ਸੋ ਬੇਨਤੀ ਇਹੀ ਹੈ, ਜਿਹੜੇ ਵੀ ਸਾਡੇ ਕੌਮ ਦੇ ਜਥੇਦਾਰ ਨੇ, ਗੁਰਦੁਆਰਿਆਂ ਦੇ ਪ੍ਰਧਾਨ ਨੇ, ਪਿੰਡਾਂ ਦੇ ਪੰਚਾਇਤਾਂ ਦੇ ਪੰਚ ਨੇ, ਵੀਰੋ ਸਾਰੇ ਸੋਚੀਏ ਆਪਾਂ ਰਲ ਕੇ ਸਿੱਖ ਕੌਮ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਈਏ ਤੇ ਜੇ ਗਿਣਤੀ ਕਰੀਏ ਸਾਰੇ ਰਲਾ ਕੇ ਤੇ 20 ਕਰੋੜ ਤੋਂ ਵੱਧ ਬਣਦਾ ਸਿੱਖ, ਗੁਰੂ ਨਾਨਕ ਦਾ ਸਿੱਖ। ਬਿਲਕੁਲ ਤੇ ਮੈਂ ਸਮਝਦਾ ਵੀ ਅਕਾਲ ਤਖਤ ਤੋਂ ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਤੋਂ ਇਹ ਡਿਕਲੇਰੇਸ਼ਨ ਹੋਣੀ ਚਾਹੀਦੀ ਹੈ ਕਿ ਅਸੀਂ ਸਾਰੇ ਜਿਹੜੇ ਗੁਰੂ ਨਾਨਕ ਨੂੰ ਸ਼ਰਧਾ ਦੇ ਨਾਲ ਸਿਰ ਝੁਕਾਉਂਦੇ ਨੇ ਉਹ ਸਿੱਖ ਨੇ। ਸੋ ਮੈਂ ਸਮਝਦਾ ਵੀ ਇਹੀ ਆਪਣੇ ਆਪ 'ਚ ਇੱਕ ਡੈਫੀਨੇਸ਼ਨ ਹੋਣੀ ਮੈਂ ਕਹਿੰਦਾ ਜੇ ਅਸੀਂ ਇਹ ਮੈਸੇਜ ਦੇ ਦਈਏ ਨਾ ਦੁਨੀਆ ਨੂੰ, ਬਸ ਤੇ ਸੰਸਾਰ ਤੁਹਾਡਾ ਮਰੀਦ ਬਣ ਜਾਏਗਾ, ਕਾਇਲ ਬਣ ਜਾਏਗਾ। ਹੁਣ ਕੀ ਹੋਇਆ, ਇੱਕ ਹੋਰ ਡਾਕਟਰ ਸਾਹਿਬ ਜੀ, ਲੋਕਾਂ ਦੇ ਵਿੱਚ ਪਹਿਲਾਂ ਇਹ ਕਿਹਾ ਜਾਂਦਾ ਸੀ ਵੀ ਸਿੱਖਾਂ ਵਿੱਚ ਜਾਤ ਪਾਤ ਨਹੀਂ। ਹਾਂਜੀ, ਉਦੋਂ ਮੀਡੀਆ ਦਾ ਜ਼ਮਾਨਾ ਨਹੀਂ ਸੀ, ਜਦੋਂ ਦਾ ਸੋਸ਼ਲ ਮੀਡੀਆ ਆਇਆ ਹੁਣ ਇਹ ਸਾਡਾ ਪਾਤ ਜਿਹੜਾ ਉਗੜ ਗਿਆ। ਹੁਣ ਲੋਕਾਂ ਨੂੰ ਪਤਾ ਲੱਗਿਆ ਕਿ ਹੁਣ ਲੋਕ ਕਹਿੰਦੇ ਤੁਸੀਂ ਕਹਿੰਦੇ ਹੋ ਕੁਛ ਤੇ ਕਰਦੇ ਹੋ ਕੁਛ। ਮੈਨੂੰ ਇੰਝ ਲੱਗਦਾ ਕਿ ਅਸੀਂ ਆਪਣੇ ਆਪਣਾ ਵੀ ਧੋਖਾ ਕਰ ਰਹੇ ਹਾਂ। ਬਿਲਕੁਲ ਇਹ ਨਾ ਕਰੀਏ ਡਾਕਟਰ ਸਾਹਿਬ। ਇਹ ਮੈਨੂੰ ਤਾਂ ਦੁੱਖ ਹੁੰਦਾ ਬਹੁਤ ਇਸ ਗੱਲ ਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਸੋ ਅਸੀਂ ਚਾਹਾਂਗੇ ਵੀ ਇਹ ਵੀਡੀਓ ਤੁਸੀਂ ਦੇਖੋ, ਸ਼ੇਅਰ ਕਰੋ ਤੇ ਇਹ ਮੈਸੇਜ ਸਾਰੀ ਦੁਨੀਆ 'ਚ ਫੈਲੇ। ਆਓ ਸਾਰੇ ਰਲ ਕੇ ਗਲੇ ਮਿਲ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਇੱਕ ਨਵੀਂ ਸਵੇਰ ਲੈ ਕੇ ਆਈਏ ਸਿੱਖ ਕੌਮ ਦੀ, ਇੱਕ ਨਵਾਂ ਰਾਹ ਲੈ ਕੇ ਆਈਏ ਤਾਂ ਕਿ ਸਿੱਖ ਜਿਹੜੇ ਸਾਰੇ ਦੁਨੀਆ ਦੇ ਇਸ ਵੇਲੇ ਫੈਲੇ ਹੋਏ ਨੇ ਇੱਕ ਹੋਰ ਵੱਡੀ ਸ਼ਕਤੀਸ਼ਾਲੀ ਕੌਮ ਬਣ ਕੇ, ਜਿਵੇਂ ਭਾਈ ਸਾਹਿਬ ਕਹਿੰਦੇ ਰਹਿਣਾ, ਮੈਂ ਇਹਦੀ ਪੁਸ਼ਟੀ ਕਰਦਾ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ 40,000 ਮਾਈਲ ਪੈਦਲ ਤੁਰ ਕੇ ਅਲੱਗ-ਅਲੱਗ ਦਿਸ਼ਾਵਾਂ ਵੱਲ ਲੋਕਾਂ ਨੂੰ ਸਿੱਖੀ ਵੱਲ ਪ੍ਰੇਰਿਆ ਤੇ ਕਾਫਲਾ ਬਣਿਆ। ਤੁਸੀਂ ਦੇਖੋ ਉਹ ਤੇ ਪੈਦਲ ਗਏ, ਸਾਡੇ ਕੋਲ ਤਾਂ ਸਾਧਨ ਬੜੇ ਆ। ਉਹਨਾਂ ਨੇ ਕੀ ਕੋਈ ਪ੍ਰਧਾਨਗੀ ਲੈਣੀ ਸੀ ਜਾਂ ਕੀ ਬਣਨਾ ਸੀ? ਉਹ ਕੋਈ ਮਿਨਿਸਟਰ ਬਣਨਾ ਸੀ? ਔਰ ਕਿੱਥੋਂ ਤੱਕ ਉਹ ਪੈਦਲ ਘੁੰਮ ਕੇ ਐਡਾ ਵੱਡਾ ਕਾਫਲਾ ਬਣਾ ਗਿਆ। ਅਸੀਂ ਸਾਡੇ ਕੋਲ ਸਾਧਨ ਹੁਣ ਅਸੀਂ ਕਿਉਂ ਨਹੀਂ ਬਣਾ ਸਕਦੇ? ਔਰ ਹੁਣ ਤਾਂ ਬੜਾ ਈਜ਼ੀ ਹੈ। ਹੁਣ ਤਾਂ ਈਜ਼ੀ ਹੈ। ਕੀ ਗੱਲ, ਜਦੋਂ ਗੁਰੂ ਸਾਹਿਬਾਂ ਦੇ ਮਨ 'ਚ ਨਫ਼ਰਤ ਨਹੀਂ ਸੀ ਗਰੀਬਾਂ ਪ੍ਰਤੀ, ਅਸੀਂ ਕਿਉਂ ਉਹਨਾਂ ਨੂੰ ਦੂਰ ਕੀਤਾ? ਜੇ ਅੱਜ ਸਾਡੇ ਚੋਂ ਸਿੱਖੀ ਚੋਂ ਕੋਈ ਲੋਕ ਦੂਰ ਹੋ ਰਹੇ ਆ, ਉਹਦੇ ਕਸੂਰਵਾਰ ਸਾਡੇ ਆਗੂ ਨੇ, ਸਾਡੇ ਅਹਿਲਕਾਰ ਨੇ, ਸਾਡੇ ਮਜ਼ਹਬੀ ਲੀਡਰ ਨੇ, ਸਾਡੇ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਪੰਥ ਦੇ ਸਰਮੌਰ ਕਮਾਉਂਦੇ ਨੇ। ਔਰ ਮੈਂ ਕਈ ਬਜ਼ੁਰਗਾਂ ਨੂੰ ਮਿਲਿਆ ਜਿਹੜੇ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਪੰਜਾਬੀ ਹਿੰਦੂ ਪਰ ਗੁਰੂ ਘਰ ਦੇ ਸ਼ਰਧਾਲੂ ਨੇ, ਸਹਿਜਧਾਰੀ ਨੇ। ਈਵਨ ਲਾਲ ਕ੍ਰਿਸ਼ਨ ਅਡਵਾਨੀ ਵੀ ਕਹਿੰਦਾ ਹੈ ਕਿ ਉਹਦੀ ਮਾਂ ਨੂੰ ਜਪਜੀ ਸਾਹਿਬ ਪੜ੍ਹਵਾਉਂਦੀ ਹੁੰਦੀ ਸੀ। ਕਈ ਸਿੰਧੀ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ ਸੀ, ਅਰਦਾਸ ਹੁੰਦੀ ਸੀ, ਵਿਆਹ ਸ਼ਾਦੀ ਉਹ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਕਰਦੇ ਸੀਗੇ। ਹੁਣ ਵੀ ਕਈ ਬਾਲੀਵੁੱਡ ਦੇ ਜਿਹੜੇ ਐਕਟਰਸ ਕਰਦੇ ਨੇ। ਇਹ ਨਿਸ਼ਾਨੀ ਹੈ ਕਿ ਪਿਛਲਾ ਸਮਾਂ ਇੱਕ ਖੁੱਲ੍ਹ ਦਿਲੀ ਵਾਲਾ ਸੀਗਾ, ਜਿਹਦੇ ਵਿੱਚ ਸਿੱਖ ਕੌਮ ਸਾਰਿਆਂ ਨੂੰ ਐਕਸੈਪਟ ਕਰਦੀ ਸੀਗੀ ਤੇ ਉਹਦੇ ਕਰਕੇ ਹੀ ਸਾਡੀ ਜਿਹੜੀ ਸਿੱਖ ਧਰਮ ਪ੍ਰਤੀ ਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ ਲੋਕਾਂ ਦੇ ਵਿੱਚ। ਮੈਨੂੰ ਖੁਦ ਕਿਰਪਾਲ ਸਿੰਘ ਬਡੂੰਗਰ ਹੋਣਾ ਨੇ ਦੱਸਿਆ ਸੀ 6-7 ਸਾਲ ਪਹਿਲਾਂ ਕਿ 60% ਜਿਹੜਾ ਬੰਦਾ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਉਹ ਨਾਨ ਸਿੱਖ ਹੈ। ਬਿਲਕੁਲ ਠੀਕ ਹੈ, ਉਹ ਸਿੱਖ ਨਹੀਂ ਹੈਗਾ। ਬਿਲਕੁਲ ਠੀਕ ਹੈ। ਤੇ ਹੁਣ ਦੇਖੋ ਵੀ ਇੰਨੇ ਲੋਕਾਂ ਦੀ ਸ਼ਰਧਾ ਜਿਹੜੀ ਗੁਰੂ ਘਰ ਦੇ ਨਾਲ ਹੈ, ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ, ਗੁਰੂ ਨਾਨਕ ਲਈ ਹੈ। ਅਸੀਂ ਉਹਨਾਂ ਨੂੰ ਜੇ ਗੱਲ ਬੱਕੜੀ 'ਚ ਲੈਂਦੇ ਹਾਂ ਤੇ ਸਾਡੀ ਗਿਣਤੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ ਤੇ ਕਿੱਥੇ ਜਾ ਕੇ ਸਾਨੂੰ ਇਹ ਬਾਰ-ਬਾਰ ਨਹੀਂ ਕਹਿਣਾ ਪਊਗਾ ਕਿ ਜੀ ਸਿੱਖ ਕੌਮ ਤਾਂ ਬੜੀ ਛੋਟੀ ਜੀ ਕੌਮ ਹੈ। ਸਿੱਖ ਕੌਮ ਬਹੁਤ ਵੱਡੀ ਕੌਮ ਹੈ। ਸਿੱਖ ਧਰਮ ਨੂੰ ਮੰਨਣ ਵਾਲੇ, ਸ਼ਰਧਾ ਰੱਖਣ ਵਾਲੇ ਬਹੁਤ ਲੋਕ ਨੇ ਦੁਨੀਆ ਦੇ ਵਿੱਚ। ਕਾਫੀ ਸਾਡੀ ਤਾਦਾਦ ਹੈ। ਵੀ ਡੋਂਟ ਨੀਡ ਟੂ ਸੇ ਕਿ ਅਸੀਂ 25 ਮਿਲੀਅਨ ਆ, ਵੀ ਆਰ ਕਲੋਜ਼ ਟੂ 200 ਮਿਲੀਅਨ ਪੀਪਲ। ਸੋ ਇਹ ਜਿਹੜਾ ਫੈਸਲਾ ਸਾਨੂੰ ਸਾਡੇ ਲੀਡਰਾਂ ਨੂੰ ਤੇ ਸਾਡੇ ਧਾਰਮਿਕ ਨੇਤਾਵਾਂ ਨੂੰ, ਗੁਰਦੁਆਰੇ ਦੇ ਪ੍ਰਧਾਨਾਂ ਨੂੰ, ਪੰਚਾਇਤਾਂ ਨੂੰ ਇਹ ਕਰਨਾ ਪੈਣਾ, ਤਾਂ ਹੀ ਅਸੀਂ ਸਹੀ ਢੰਗ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਕੇ ਆਉਣ ਵਾਲੇ ਸਮੇਂ ਲਈ ਸਿੱਖ ਕੌਮ ਲਈ ਇੱਕ ਰਾਹ ਪੱਧਰਾ ਕਰਕੇ ਛੱਡ ਕੇ ਜਾਵਾਂਗੇ। ਸੋ ਆਪ ਸਾਰਿਆਂ ਨੂੰ ਇਹ ਆਖਰੀ ਮੌਕਾ ਹੈ ਸਾਡੇ। ਬਿਲਕੁਲ ਜੀ, ਬਿਲਕੁਲ। ਮੁੜ ਜੇ ਵਕਤ ਹੱਥੋਂ ਨਿਕਲ ਗਿਆ ਨਾ ਤਾਂ ਫਿਰ ਕੋਈ ਪਛਤਾਉਣ ਦਾ ਫਾਇਦਾ। ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ।